प्यारे विद्यार्थियों, वाहिगुरू जी का खालसा वाहिगुरू जी की फतेह। ਤੁਹਾਡੇ आखिरी ਸਮੈਸਟਰ ਦੇ ਇਮਤਿਹਾਨ ਮਿਤੀ 22 ਸਤੰਬਰ 2020 ਤੋਂ ਸ਼ੁਰੂ ਹੋ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਹ ਇਮਤਿਹਾਨ ਬਲੈਂਡਡ ਮੋਡ ਦੇ ਰਾਹੀਂ ਅਸੀਂ ਵੱਖਰੇ ਤਰੀਕੇ 'ਚ ਕਰਵਾ ਰਹੇ ਹਾਂ, ਜਿਸ ਤਹਿਤ ਤੁਹਾਨੂੰ ਆਨਸਰ ਸ਼ੀਟ PDF ਫਾਰਮੈਟ ਦੇ ਵਿੱਚ ਭੇਜੀ ਜਾਵੇਗੀ। ਮੈਂ ਡਿਟੇਲ 'ਚ ਦੱਸਦਾ। ਤੁਸੀਂ ਘਰੇ ਪੇਪਰ ਹੱਲ ਕਰਨਾ ਔਰ ਉਸ ਨੂੰ ਵਾਪਸ ਆਨਲਾਈਨ ਮੋਡ ਰਾਹੀਂ ਹੀ ਸਾਡੇ ਕੋਲੇ ਭੇਜਣਾ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਸਮੇਂ ਦੌਰਾਨ ਤੁਹਾਨੂੰ ਬਹੁਤ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰਨਾ ਪਿਆ। ਤਾਂ ਖਾਲਸਾ ਕਾਲਜ ਪਟਿਆਲਾ ਵੱਲੋਂ ਇਹ ਸੁਹਿਰਦ ਕੋਸ਼ਿਸ਼ ਕੀਤੀ ਗਈ ਆ ਕਿ ਪ੍ਰੀਖਿਆ ਦਾ ਸਾਰਾ ਪ੍ਰਬੰਧਨ ਤੇ ਸੰਚਾਲਨ ਤੁਹਾਡੀ ਸੁਵਿਧਾ ਅਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ। ਇਸੇ ਕਰਕੇ ਅਸੀਂ ਆਨਲਾਈਨ ਢੰਗ ਤਰੀਕੇ ਅਪਣਾਏ ਨੇ। ਮੈਨੂੰ ਇਹ ਵੀ ਵਿਸ਼ਵਾਸ ਆ ਕਿ ਤੁਸੀਂ ਇਸ ਸਾਰੀ ਪ੍ਰੀਖਿਆ ਦੌਰਾਨ ਪੂਰੀ ਮਰਿਆਦਾ ਦਾ ਪਾਲਣ ਕਰੋਗੇ। ਜੋ ਦਿਸ਼ਾ ਨਿਰਦੇਸ਼ ਤੁਹਾਨੂੰ ਭੇਜੇ ਜਾ ਰਹੇ ਨੇ, ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੀ ਪੂਰੀ ਪਾਲਣਾ ਕਰੋਗੇ। ਮੈਂ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਜਦੋਂ ਤੁਹਾਡੇ ਪੇਪਰ ਸਮਾਪਤ ਹੋਣਗੇ, ਭਾਵ ਪੇਪਰ ਖਤਮ ਹੋਣ ਦੀ ਆਖਰੀ ਤਾਰੀਖ ਤੋਂ ਲੈ ਕੇ 15 ਦਿਨਾਂ ਦੇ ਵਿੱਚ ਅਸੀਂ ਸਾਰੀਆਂ ਕਲਾਸਾਂ ਦੇ ਨਤੀਜੇ ਜਿਹੜੇ ਨੇ ਉਹ ਘੋਸ਼ਿਤ ਕਰਾਂਗੇ। ਮੈਂ ਪੇਪਰਾਂ ਵਿੱਚ ਤੁਹਾਡੀ ਬਿਹਤਰ ਕਾਰਗੁਜ਼ਾਰੀ ਅਤੇ ਤੁਹਾਡੇ ਬਿਹਤਰ ਭਵਿੱਖ ਦੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਔਰ ਤੁਹਾਨੂੰ ਮੇਰੇ ਔਰ ਸਾਰੇ ਹੀ ਸਟਾਫ ਵੱਲੋਂ ਆਪਣੀਆਂ ਸ਼ੁਭ ਇੱਛਾਵਾਂ ਭੇਜਦਾ। ਤੁਹਾਡੇ ਸਮਝਣ ਲਈ ਪਿਆਰੇ ਵਿਦਿਆਰਥੀਓ ਕੁਝ ਗੱਲਾਂ ਬਹੁਤ ਜ਼ਰੂਰੀ ਹਨ। ਪਹਿਲੀ ਗੱਲ, ਜਿਹੜੇ ਤੁਹਾਡੇ ਇਮਤਿਹਾਨ ਹੋ ਰਹੇ ਨੇ, ਇਹ ਆਊਟਗੋਇੰਗ ਕਲਾਸਾਂ, ਆਖਰੀ ਸਮੈਸਟਰ ਦੀਆਂ ਕਲਾਸਾਂ ਦੇ ਰੈਗੂਲਰ ਅਤੇ ਰੀਪੀਅਰ ਵਿਦਿਆਰਥੀਆਂ ਦੇ ਇਮਤਿਹਾਨ ਹਨ। ਤੁਹਾਨੂੰ 24 ਪੰਨਿਆਂ ਦੀ ਇੱਕ ਆਨਸਰ ਸ਼ੀਟ PDF ਫਾਰਮੈਟ ਦੇ ਵਿੱਚ ਭੇਜੀ ਜਾ ਰਹੀ ਹੈ। ਇਹ ਆਨਸਰ ਸ਼ੀਟ ਕਾਲਜ ਦੀ ਵੈਬਸਾਈਟ ਉੱਤੇ ਵੀ ਅਪਲੋਡ ਕਰ ਦਿੱਤੀ ਗਈ ਆ ਔਰ ਜਿਹੜੇ ਤੁਹਾਡੇ ਅਧਿਆਪਕਾਂ ਨੇ ਤੁਹਾਡੇ WhatsApp ਗਰੁੱਪ ਬਣਾਏ ਸੀ, ਉਹਨਾਂ ਦੇ ਰਾਹੀਂ ਵੀ ਤੁਹਾਨੂੰ ਇਹ ਸ਼ੀਟ ਭੇਜੀ ਜਾ ਰਹੀ ਆ। ਤੁਸੀਂ ਕੀ ਕਰਨਾ, ਇਸ PDF ਫਾਰਮੈਟ ਨੂੰ ਡਾਊਨਲੋਡ ਕਰਨਾ ਔਰ ਡਾਊਨਲੋਡ ਕਰਕੇ ਇਹਦੇ ਪ੍ਰਿੰਟ ਕਢਵਾ ਲੈਣੇ ਨੇ। ਜਿੱਦਾਂ ਤੁਹਾਡੇ ਕੋਲੇ ਇਹ ਅੱਜ ਸ਼ਾਮ ਤੱਕ ਡਿਲੀਵਰ ਹੋ ਜਾਏਗੀ ਔਰ ਤੁਸੀਂ ਜਿੰਨੇ ਤੁਹਾਡੇ ਇਮਤਿਹਾਨ ਨੇ, ਸਪੋਜ਼ ਤੁਹਾਡੇ 5 ਪੇਪਰ ਨੇ, ਕਿਸੇ ਦੇ 4 ਪੇਪਰ ਨੇ, ਕਿਸੇ ਦੇ 6 ਪੇਪਰ ਨੇ, ਤੁਸੀਂ ਓਨੀਆਂ ਹੀ ਸ਼ੀਟਾਂ ਪ੍ਰਿੰਟ ਕਢਵਾ ਲੈਣੀਆਂ ਨੇ। ਜੇ 5 ਪੇਪਰ ਨੇ, 5 ਸ਼ੀਟਾਂ ਪ੍ਰਿੰਟ ਕਢਾਉਣੀਆਂ ਨੇ। ਇਹ ਸ਼ੀਟ ਤੇ ਨੰਬਰਿੰਗ ਹੈ ਔਰ ਹਰ ਸ਼ੀਟ ਨੂੰ ਉਸੇ ਰੂਪ ਦੇ ਵਿੱਚ 1 ਨੰਬਰ ਤੋਂ ਲੈ ਕੇ 24 ਤੱਕ ਤੁਸੀਂ ਆਪਣੇ ਕੋਲੇ ਸਟੈਪਲ ਕਰਕੇ ਰੱਖ ਲੈਣਾ। ਯਾਦ ਇਹ ਰੱਖਣਾ ਕਿ ਇਹ ਜਿਹੜੀਆਂ ਸ਼ੀਟਾਂ ਨੇ, ਜਿਹੜਾ A4 ਸਾਈਜ਼ ਦਾ ਪੇਪਰ ਹੁੰਦਾ, ਉਹਦੇ ਉੱਤੇ ਪ੍ਰਿੰਟ ਕਢਵਾਉਣੀਆਂ ਨੇ। ਤੁਸੀਂ ਆਪਣੇ ਘਰੇ ਜੇ ਪ੍ਰਿੰਟਰ ਹੈਗਾ ਉੱਥੋਂ ਪ੍ਰਿੰਟ ਕੱਢ ਸਕਦੇ ਹੋ, ਨਹੀਂ ਆਲੇ ਦੁਆਲੇ ਕੈਫੇ ਤੋਂ, ਜਿੱਥੋਂ ਵੀ ਤੁਹਾਨੂੰ ਠੀਕ ਲੱਗੇ, ਤੁਸੀਂ ਇਹ ਪ੍ਰਿੰਟ ਸ਼ੀਟਾਂ ਦੇ ਕਢਵਾ ਕੇ ਆਪਣੇ ਘਰ 'ਚ ਸੁਰੱਖਿਅਤ ਰੱਖ ਲੈਣੇ ਨੇ, ਤਾਂ ਜੋ ਜਦੋਂ ਵੀ ਤੁਹਾਡਾ ਪੇਪਰ ਹੋਵੇ ਉਸ ਦਿਨ ਤੁਸੀਂ ਇਸ ਸ਼ੀਟ ਨੂੰ ਪਹਿਲਾਂ ਤਿਆਰੀ ਕਰਕੇ ਰੱਖੋ। ਦੂਜੀ ਗੱਲ, ਜਿਹੜੇ ਪ੍ਰਸ਼ਨ ਪੱਤਰ ਨੇ, ਕੁਐਸਚਨ ਪੇਪਰ ਨੇ, ਉਹ ਇੱਕ ਤਾਂ ਕਾਲਜ ਦੀ ਜਿਹੜੀ ਵੈਬਸਾਈਟ ਹੈਗੀ ਆ khalsacollegepatiala.org, ਉਹਦੇ ਉੱਪਰ ਹਰ ਰੋਜ਼ ਪੇਪਰ ਸ਼ੁਰੂ ਹੋਣ ਤੋਂ ਘੱਟੋ ਘੱਟ 15 ਮਿੰਟ ਪਹਿਲਾਂ ਅਪਲੋਡ ਕੀਤੇ ਜਾਣਗੇ। ਇਸ ਤੋਂ ਇਲਾਵਾ ਇਹ ਪੇਪਰ ਵਿਸ਼ੇ ਅਨੁਸਾਰ, ਜਿਵੇਂ ਤੁਹਾਡੇ ਗਰੁੱਪ ਬਣੇ ਨੇ, BCom ਵਾਲਿਆਂ ਦਾ ਗਰੁੱਪ ਆ, BA ਦੇ ਵੱਖ-ਵੱਖ ਵਿਸ਼ਿਆਂ ਦੇ ਗਰੁੱਪ ਨੇ, ਉਹ ਪੇਪਰ ਤੁਹਾਡੇ ਜਿਹੜੇ WhatsApp ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੀ ਅਸੀਂ PDF ਰਾਹੀਂ 15 ਮਿੰਟ ਪਹਿਲਾਂ ਘੱਟੋ ਘੱਟ ਭੇਜਾਂਗੇ। ਸੋ ਕੁਐਸਚਨ ਪੇਪਰ ਤੁਹਾਡੇ WhatsApp ਗਰੁੱਪਾਂ 'ਚ ਆ ਜਾਣਗੇ। ਆਨਸਰ ਸ਼ੀਟਾਂ ਤੁਸੀਂ ਪਹਿਲਾਂ ਪ੍ਰਿੰਟ ਕਢਵਾ ਕੇ ਰੱਖ ਲਈਆਂ। ਤੀਜੀ ਗੱਲ, ਇਸ ਇਮਤਿਹਾਨ ਦੇ ਵਿੱਚ ਜਦੋਂ ਤੁਸੀਂ ਪੇਪਰ ਨੂੰ ਹੱਲ ਕਰਨਾ ਸ਼ੁਰੂ ਕਰਨਾ ਤਾਂ ਇਹ ਯਕੀਨੀ ਬਣਾਇਓ ਕਿ ਇਹ ਪੇਪਰ ਜਿਹੜਾ ਹੈ, ਕੁਐਸਚਨ ਪੇਪਰ, ਇਹ ਰੈਗੂਲਰ ਵਿਦਿਆਰਥੀਆਂ ਵਾਲਾ ਜਾਂ ਰੀਪੀਅਰ ਵਾਲਾ। ਪੇਪਰ ਦੇ ਉੱਪਰ ਸਾਰਾ ਕੁਝ ਲਿਖਿਆ ਹੋਏਗਾ। ਕੁਐਸਚਨ ਪੇਪਰ ਦੇ ਉੱਪਰ ਲਿਖਿਆ ਹੋਏਗਾ, ਕੁਐਸਚਨ ਪੇਪਰ ਦੀ ਫਾਈਲ ਨੇਮ ਤੇ ਵੀ ਲਿਖਿਆ ਹੋਏਗਾ। ਤੁਸੀਂ ਸਿਰਫ ਇਹ ਦੇਖਣਾ ਕਿ ਇਹ ਰੈਗੂਲਰ ਵਿਦਿਆਰਥੀਆਂ ਵਾਲਾ ਕੁਐਸਚਨ ਪੇਪਰ ਹੀ ਅਸੀਂ ਅਟੈਂਪਟ ਕਰ ਰਹੇ ਹਾਂ ਕਿ ਅਸੀਂ ਕਿਤੇ ਰੀਪੀਅਰ ਵਾਲਾ ਤਾਂ ਨਹੀਂ ਕਰਨ ਲੱਗੇ, ਜਾਂ ਰੀਪੀਅਰ ਵਾਲੇ ਰੈਗੂਲਰ ਵਾਲਾ ਤਾਂ ਨਹੀਂ ਕਰਨ ਲੱਗੇ,
इस चीज़ नूं तुसीं ध्यान विच रखना ਜਦੋਂ पेपर करना शुरू करना, क्योंकि रीपेयर कई बार कोई पुराने सैशनां दी हुंदी आ तां उस कोले पुराना सिलेबस आउंदा। इस गल नूं तुसीं ध्यान विच रखना। ਜਦੋਂ पेपर अटैम्प्ट करना ਜਾਂ ਤਾਂ काले रंग ਦੀ ਜਿਹੜੀ बॉल पेन ਲੈ ਲਓ ਜਾਂ ਪੈਨ ਲੈ ਲਓ ਜਾਂ ਨੀਲੇ रंग ਦਾ, ਹੋਰ ਕਿਸੇ रंग ਨਾਲ ਤੁਸੀਂ ਇਹ नहीं करना। काले रंग ਦਾ बॉल पेन ਜਾਂ ਨੀਲੇ रंग ਦਾ बॉल पेन ਲੈਣਾ। ਉਸ ਤੋਂ ਬਾਅਦ ਜਦੋਂ ਤੁਹਾਡਾ ਪੇਪਰ ਪੂਰਾ ਹੋ ਗਿਆ, ਤੁਸੀਂ ਇਹਨੂੰ ਆਪਣੇ ਮੋਬਾਈਲ ਦੇ ਰਾਹੀਂ ਸਕੈਨ ਕਰਨਾ। ਇਸ ਪੇਪਰ ਦੀ ਇੱਕ ਸਿੰਗਲ PDF ਫਾਈਲ ਬਣਾ ਲੈਣੀ ਆ। ਜੇ ਤੁਸੀਂ 12 ਪੇਜ ਲਿਖੇ ਨੇ, 15 ਲਿਖੇ ਨੇ, ਜਿਹਨੇ ਕਿਸੇ ਨੇ 24 ਲਿਖੇ ਨੇ, ਜਿੰਨੇ ਵੀ ਪੇਜ ਤੁਸੀਂ ਭਰਤੇ ਉਹਨਾਂ ਪੇਜਾਂ ਦੀ ਇੱਕ ਸਿੰਗਲ PDF ਫਾਈਲ ਬਣਾਉਣੀ ਆ। ਉਸ ਫਾਈਲ ਨੂੰ ਕਾਲਜ ਦੀ ਵੈਬਸਾਈਟ www.khalsacollegepatiala.org ਦੇ ਉੱਤੇ ਜਿਹੜਾ ਲਿੰਕ ਲੱਗਿਆ ਹੋ, ਉਹ ਲਿੰਕ ਤੇ ਕਲਿੱਕ ਕਰੋਗੇ ਤੁਸੀਂ ਤਾਂ ਤੁਹਾਡੀ ਲੌਗਇਨ ਆਈਡੀ ਆ ਜਾਏਗੀ ਸਾਹਮਣੇ। ਲਿੰਕ ਤੇ ਕਲਿੱਕ ਕਰੋਗੇ, ਪੇਪਰ ਅਪਲੋਡ ਕਰਨ ਦਾ ਲਿੰਕ, ਉਸ ਤੇ ਤੁਹਾਡੀ ਲੌਗਇਨ ਆਈਡੀ ਆ ਜਾਏਗੀ। ਉਹ ਤੁਸੀਂ ਲੌਗਇਨ ਆਈਡੀ ਖੋਲ ਕੇ ਉੱਥੇ ਉਸ ਪੇਪਰ ਨੂੰ ਅਪਲੋਡ ਕਰਨਾ ਹੈ। ਸੋ ਜਿਹੜੇ ਪੇਪਰ ਤੁਸੀਂ ਪੂਰਾ ਕਰ ਲਿਆ ਉਹਦੀ PDF ਬਣਾ ਕੇ ਉਸੇ ਵੇਲੇ ਜਿਹੜੀ ਤੁਹਾਡੀ ਲੌਗਇਨ ਆਈਡੀ ਕਾਲਜ ਦੀ ਵੈਬਸਾਈਟ ਦੇ ਉੱਤੇ ਹੈਗੀ ਆ ਉਸ ਤੇ ਅਪਲੋਡ ਕਰਨਾ। ਜਦੋਂ ਤੁਸੀਂ ਲੌਗਇਨ ਆਈਡੀ ਖੋਲਣੀ ਆ, ਉਹ ਕਿਵੇਂ ਖੁੱਲੂ? ਤੁਹਾਡੇ ਕੋਲੇ 3 ਤਰ੍ਹਾਂ ਦੀ ਜਾਣਕਾਰੀ ਆਪਦੇ ਕੋਲੇ ਚਾਹੀਦੀ ਆ। ਨੰਬਰ 1, ਤੁਹਾਡਾ ਜਿਹੜਾ ਯੂਨੀਵਰਸਿਟੀ ਵਾਲਾ ਰੋਲ ਨੰਬਰ ਹੈ, ਕਲਾਸ ਰੋਲ ਨੰਬਰ ਨਹੀਂ, ਜਿਹੜਾ ਤੁਹਾਡਾ ਯੂਨੀਵਰਸਿਟੀ ਦਾ ਫਾਈਨਲ ਐਗਜ਼ਾਮ ਦਾ ਰੋਲ ਨੰਬਰ ਤੁਸੀਂ ਡਾਊਨਲੋਡ ਕੀਤਾ ਪਹਿਲਾਂ, ਉਹ ਤੁਹਾਡਾ ਆਧਾਰ ਕਾਰਡ ਨੰਬਰ ਤੇ ਤੁਹਾਡੀ ਜਨਮ ਮਿਤੀ। ਇਹ 3 ਸੂਚਨਾਵਾਂ ਤੁਸੀਂ ਉਸ ਕਾਲਮਾਂ ਦੇ ਵਿੱਚ ਭਰਨੀਆਂ ਨੇ। ਤੁਹਾਡੀ ਲੌਗਇਨ ਆਈਡੀ ਖੁੱਲ ਜੇਗੀ ਤੇ ਜਿਹੜੀ ਫਾਈਲ ਭਾਈ ਤੁਸੀਂ PDF ਬਣਾਈ ਆ ਉਹ ਅਪਲੋਡ ਕਰ ਦੇਣੀ ਆ ਉਸ ਲੌਗਇਨ ਆਈਡੀ ਤੇ। ਲੌਗਇਨ ਆਈਡੀ ਤੁਸੀਂ ਪਹਿਲਾਂ ਵੀ ਵਰਤ ਚੁੱਕੇ ਹੋ ਰੋਲ ਨੰਬਰਾਂ ਨੂੰ ਡਾਊਨਲੋਡ ਕਰਨ ਵੇਲੇ। ਸੋ ਹੁਣ ਜਦੋਂ ਲੌਗਇਨ ਆਈਡੀ ਖੁੱਲੇਗੀ, ਯੂਨੀਵਰਸਿਟੀ ਰੋਲ ਨੰਬਰ, ਆਧਾਰ ਕਾਰਡ ਨੰਬਰ, ਤੁਹਾਡੀ ਜਨਮ ਸੂਚਨਾ, ਉਹਦੇ ਆਧਾਰ ਤੇ ਜਿਹੜੀ ਤੁਸੀਂ ਸਿੰਗਲ PDF ਫਾਈਲ ਬਣਾਈ ਆ ਉਸ ਤੇ ਅਪਲੋਡ ਕਰਨਾ। ਜੇ ਤੁਹਾਨੂੰ ਅਪਲੋਡ ਕਰਨ 'ਚ ਕੋਈ ਦਿੱਕਤ ਆਵੇ ਤਾਂ ਅਸੀਂ ਲਿਖਤੀ ਰੂਪ ਦੇ ਵਿੱਚ ਤੁਹਾਡੇ ਕੋਲ ਇਹ ਨੋਟਸ ਵੀ ਨਾਲ ਭੇਜ ਰਹੇ ਹਾਂ। ਤੁਸੀਂ ਪ੍ਰੋਫੈਸਰ ਗੁਰਪਾਲ ਸਿੰਘ, ਪ੍ਰੋਫੈਸਰ ਜਸਪ੍ਰੀਤ ਸਿੰਘ, ਪ੍ਰੋਫੈਸਰ ਲਾਲ ਸਿੰਘ ਅਤੇ ਸਰਦਾਰ ਅਮਨਪ੍ਰੀਤ ਸਿੰਘ ਨਾਲ ਰਾਬਤਾ ਕਰ ਸਕਦੇ ਹੋ। ਉਹ ਤੁਹਾਡੀ ਹੈਲਪ ਕਰਨਗੇ ਜੇ ਕੋਈ ਦਿੱਕਤ ਆਉਂਦੀ ਆ। ਤੁਹਾਡੀ ਜਿਹੜੀ ਡੇਟ ਸ਼ੀਟ ਆ ਉਹ ਖਾਲਸਾ ਕਾਲਜ ਪਟਿਆਲਾ ਦੀ ਵੈਬਸਾਈਟ ਉੱਪਰ ਅਪਲੋਡ ਕਰ ਦਿੱਤੀ ਗਈ ਆ। ਤੁਸੀਂ ਡੇਟ ਸ਼ੀਟ ਨੂੰ ਧਿਆਨ ਨਾਲ ਦੇਖਣਾ। ਇਹ ਨਹੀਂ ਹੋਏਗਾ ਕਿ ਜੀ ਸਾਨੂੰ ਤਾਂ ਡੇਟ ਸ਼ੀਟ ਦਾ ਪਤਾ ਹੀ ਨਹੀਂ ਲੱਗਿਆ। ਡੇਟ ਸ਼ੀਟ ਦੀ ਨਾ ਸਮਝੀ ਨੂੰ ਕੋਈ ਬਹਾਨਾ ਨਹੀਂ ਸਮਝਿਆ ਜਾਵੇਗਾ। ਤੁਸੀਂ ਡੇਟ ਸ਼ੀਟ ਨੂੰ ਧਿਆਨ ਨਾਲ ਪੜ੍ਹਨਾ, ਕਿਹੜੇ ਦਿਨ ਤੁਹਾਡਾ ਕਿਹੜਾ ਪੇਪਰ ਹੈਗਾ। ਤੇ ਜੇ ਡੇਟ ਸ਼ੀਟ ਸੰਬੰਧੀ ਕੋਈ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਤੁਸੀਂ ਪ੍ਰੀਖਿਆ ਸ਼ਾਖਾ ਦੇ ਡਿਪਟੀ ਰਜਿਸਟਰਾਰ ਸ੍ਰੀ ਨਾਰਾਇਣ ਦਾਸ ਜਾਂ ਬੀਬੀ ਪੂਜਾ ਗਰਗ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦੇ ਨੰਬਰ ਵੀ ਜਿਹੜਾ ਨਾਲ ਨੋਟਿਸ ਭੇਜਿਆ ਜਾ ਰਿਹਾ ਉਹਦੇ ਵਿੱਚ ਤੁਹਾਨੂੰ ਦਿੱਤੇ ਹੋਏ ਨੇ। ਅਗਲੀ ਫਿਰ ਮਹੱਤਵਪੂਰਨ ਗੱਲ, ਜਿਹੜੀਆਂ ਅੰਡਰ ਗ੍ਰੈਜੂਏਟ ਕਲਾਸਾਂ ਨੇ, BA, BCom, BSc ਐਗਰੀਕਲਚਰ, BSc ਨਾਨ ਮੈਡੀਕਲ, ਉਹਨਾਂ ਦੇ ਪੇਪਰ ਦਾ ਸਮਾਂ ਹੋਵੇਗਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ, 2 ਘੰਟਿਆਂ ਦਾ। ਅਤੇ ਪੋਸਟ ਗ੍ਰੈਜੂਏਟ ਕਲਾਸਾਂ ਲਈ ਸਮਾਂ ਹੋਵੇਗਾ 11 ਵਜੇ ਤੋਂ ਲੈ ਕੇ 1 ਵਜੇ ਤੱਕ। 2 ਘੰਟੇ ਤੁਹਾਨੂੰ ਪੇਪਰ ਕਰਨ ਦਾ ਸਮਾਂ ਹੋਵੇਗਾ। ਉਸ ਤੋਂ ਬਾਅਦ 2 ਘੰਟੇ ਤੁਹਾਨੂੰ ਵਾਧੂ ਦਿੱਤੇ ਜਾਣਗੇ ਤੁਹਾਡੇ ਪੇਪਰ ਨੂੰ ਅਪਲੋਡ ਕਰਨ ਸੰਬੰਧੀ। ਭਾਵ ਤੁਸੀਂ 10 ਤੋਂ 12 ਪੇਪਰ ਕਰ ਲਿਆ, 2 ਘੰਟੇ ਤੁਹਾਨੂੰ ਇਸ ਗੱਲ ਲਈ ਦਿੱਤੇ ਜਾਣਗੇ ਕਿ ਤੁਸੀਂ ਇਹਨੂੰ ਸਕੈਨ ਕਰੋ, ਇਹਦੀ PDF ਬਣਾਓ ਔਰ ਇਹਨੂੰ PDF ਬਣਾ ਕੇ ਅਪਲੋਡ ਕਰੋ। ਸੋ ਇਸ ਤਰੀਕੇ ਨਾਲ ਜਿਹੜੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀ ਨੇ ਉਹ 2 ਵਜੇ ਤੱਕ ਆਪਣਾ ਪੇਪਰ ਅਪਲੋਡ ਕਰਨਗੇ। ਜਿਹੜੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀ ਨੇ ਉਹ 3 ਵਜੇ ਤੱਕ ਆਪਣਾ ਪੇਪਰ ਅਪਲੋਡ ਕਰਨਗੇ। ਜਦੋਂ ਤੁਹਾਡਾ ਪੇਪਰ ਅਪਲੋਡ ਹੋ ਗਿਆ, ਤੁਹਾਡੀ ਜਿਹੜੀ ਮੋਬਾਈਲ ਦੀ ਸਕਰੀਨ ਹੈ ਜਾਂ ਕੰਪਿਊਟਰ ਦੀ ਸਕਰੀਨ ਆ ਉਹ ਤੇ ਤੁਹਾਡੇ ਕੋਲੇ ਇੱਕ ਮੈਸੇਜ ਆਵੇਗਾ ਕਿ ਤੁਹਾਡਾ ਥੈਂਕਸ, ਤੁਹਾਡਾ ਜਿਹੜਾ ਹੈ ਪੇਪਰ ਸਬਮਿਟ ਹੋ ਗਿਆ। ਤੁਸੀਂ ਕਿਸੇ ਵੀ ਭਵਿੱਖੀ ਰੈਫਰੈਂਸ ਲਈ
ਉਸ ਜਿਹੜਾ ਮੈਸੇਜ ਆ ਉਹਦਾ ਸਕਰੀਨਸ਼ਾਟ ਆਪਣੇ ਕੋਲੇ ਲੈ ਕੇ ਰੱਖ ਲੈਣਾ, ਜਿਸ ਤੋਂ ਇਹ ਹੋਊਗਾ ਕਿ ਤੁਹਾਡੇ ਵੱਲੋਂ ਇਹ ਅਪਲੋਡ ਹੋ ਗਿਆ। ਕੱਲ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਧਿਆਨ ਰੱਖ ਸਕਦੇ ਹੋ। ਅਗਲੀ ਗੱਲ, ਅਸੀਂ ਜਿਹੜੀ ਉੱਤਰ ਕਾਪੀ ਭੇਜੀ ਆ ਉਸ ਦੇ ਹਰ ਪੰਨੇ ਤੇ ਵਿਦਿਆਰਥੀ ਨੇ ਦਸਤਖਤ ਕਰਨੇ ਨੇ। ਜਿੰਨੇ ਵੀ ਪੇਜ ਹੋਣਗੇ ਤੁਸੀਂ ਲਿਖੇ, ਉਹਦੇ ਨੀਚੇ ਕਾਲਮ ਬਣਿਆ ਹੋਇਆ, ਪਹਿਲੇ ਪੇਜ ਦੇ ਉੱਪਰ ਕਾਲਮ ਬਣਿਆ ਹੋਇਆ, ਤੁਸੀਂ ਉਹਨਾਂ ਦੇ ਉੱਤੇ ਦਸਤਖਤ ਕਰਨੇ ਆ ਕੱਲੇ ਕੱਲੇ ਪੇਜ ਤੇ। ਔਰ ਤੁਹਾਡੇ ਜਿਹੜੇ ਦਸਤਖਤ ਨੇ ਉਹ ਜਿਹੜੇ ਤੁਸੀਂ ਪ੍ਰੀਖਿਆ ਫਾਰਮ ਭਰਨ ਵੇਲੇ ਸਾਈਨ ਕੀਤੇ ਸੀ ਉਹਨਾਂ ਨਾਲ ਮਿਲਦੇ ਹੋਣੇ ਚਾਹੀਦੇ ਆ, ਉਹਨਾਂ ਨਾਲ ਮੈਚ ਕਰਦੇ ਹੋਣੇ ਚਾਹੀਦੇ। ਜੇ ਮੈਚ ਨਹੀਂ ਕਰਨਗੇ ਫਿਰ ਅਸੀਂ ਪ੍ਰੀਖਿਆ ਸ਼ਾਖਾ ਦੇ ਨਿਯਮਾਂ ਮੁਤਾਬਕ ਅਨੁਸ਼ਾਸਨੀ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਪੇਪਰ ਸ਼ੁਰੂ ਕਰਨਾ ਤਾਂ ਜਿਹੜੇ ਤੁਹਾਡੇ ਡਿਪਾਰਟਮੈਂਟ ਦੇ ਵਿਸ਼ੇ ਦੇ ਇੰਚਾਰਜ ਨੇ ਅਤੇ ਕਾਲਜ ਦੇ ਨੋਡਲ ਅਫਸਰ ਲਾਏ ਗਏ ਨੇ, ਉਹ ਤੁਹਾਨੂੰ ਜਿਹੜਾ ਵੀ ਮੀਡੀਆ ਦੀ ਆਈਡੀ ਭੇਜਣਗੇ, ਗੂਗਲ ਮੀਟ, ਜ਼ੂਮ ਜਾਂ ਬਲੂ ਜੀਨਸ ਰਾਹੀਂ ਤੁਸੀਂ ਪੇਪਰ 'ਚ ਲਾਈਵ ਰਹਿਣਾ। ਭਾਵ ਜਿੱਥੇ ਤੁਸੀਂ ਬੈਠ ਕੇ ਪੇਪਰ ਕਰਨਾ ਉੱਥੇ ਤੁਹਾਡਾ ਮੋਬਾਈਲ ਸਾਹਮਣੇ ਪਿਆ ਹੋਊਗਾ, ਤੁਸੀਂ ਉਸ ਆਈਡੀ ਦੇ ਉੱਤੇ ਜਿਹੜੀ ਤੁਹਾਨੂੰ ਭੇਜੀ ਜਾਏਗੀ ਲਾਈਵ ਰਹੋਗੇ। ਤੁਹਾਡੀ ਵੀਡੀਓ ਵੀ ਔਨ ਰਹੇਗੀ, ਤੁਹਾਡੀ ਆਡੀਓ ਵੀ ਔਨ ਰਹੇਗੀ। ਇਹ ਆਈਡੀ ਤੁਹਾਨੂੰ ਜਿਵੇਂ ਤੁਹਾਡੀਆਂ ਕਲਾਸਾਂ ਲੈਣ ਵੇਲੇ ਟੀਚਰ WhatsApp ਗਰੁੱਪਾਂ 'ਚ ਭੇਜਦੇ ਸੀ, ਉਸੇ ਰੂਪ ਵਿੱਚ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਆਈਡੀ ਭੇਜੀ ਜਾਇਆ ਕਰੇਗੀ ਔਰ ਤੁਸੀਂ ਉਸ ਆਈਡੀ ਦੇ ਉੱਤੇ ਲਾਈਵ ਰਹਿਣਾ। ਯਾਦ ਰੱਖਣਾ, ਵੀਡੀਓ ਵੀ ਔਨ ਚਾਹੀਦੀ ਆ, ਆਡੀਓ ਵੀ ਔਨ ਚਾਹੀਦੀ ਆ। ਜਦੋਂ ਤੁਸੀਂ ਘਰੇ ਪੇਪਰ ਅਟੈਂਪਟ ਕਰਨਾ ਸ਼ੁਰੂ ਕਰਨਾ ਤਾਂ ਤੁਸੀਂ ਘਰ 'ਚ ਕਿਸੇ ਸ਼ਾਂਤ ਥਾਂ ਤੇ ਬੈਠ ਕੇ ਪੇਪਰ ਅਟੈਂਪਟ ਕਰਨਾ। ਤੁਹਾਡੇ ਕੋਲੇ ਕੋਈ ਦੂਜਾ ਵਿਅਕਤੀ ਬੈਠਾ ਨਹੀਂ ਹੋਣਾ ਚਾਹੀਦਾ। ਤੁਹਾਡੇ ਪੇਪਰ ਕਰਦੇ ਸਮੇਂ ਕੋਈ ਕਿਸੇ ਕਿਸਮ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ। ਤੁਸੀਂ ਕਿਸੇ ਨਾਲ ਬੋਲਦੇ ਨਹੀਂ ਹੋਣੇ ਚਾਹੀਦੇ। ਜੇ ਤੁਸੀਂ ਵੀਡੀਓ ਆਡੀਓ ਬੰਦ ਕੀਤੀ ਜਾਂ ਕੋਈ ਦੂਜਾ ਬੰਦਾ ਤੁਹਾਡੇ ਕੋਲੇ ਬੈਠਾ ਪਾਇਆ ਗਿਆ ਜਾਂ ਤੁਸੀਂ ਇਦਾਂ ਕੋਈ ਅਨੁਸ਼ਾਸਨ ਦੀ ਉਲੰਘਣਾ ਕੀਤੀ ਤਾਂ ਪ੍ਰੀਖਿਆ ਨਿਯਮਾਂ ਅਨੁਸਾਰ ਅਸੀਂ ਬਣਦੀ ਕਾਰਵਾਈ ਕਰਾਂਗੇ। ਸੋ ਯਾਦ ਰੱਖਣਾ, ਤੁਸੀਂ ਵੀਡੀਓ ਆਡੀਓ ਸਾਹਮਣੇ ਔਨ ਕਰਕੇ ਰੱਖਣਾ ਜਦੋਂ ਤੁਸੀਂ ਪੇਪਰ ਅਟੈਂਪਟ ਕਰਨਾ। ਕਾਲਜ ਦੇ ਅਬਜ਼ਰਵਰ, ਤੁਹਾਡੇ ਜਿਹੜੇ ਵਿਸ਼ੇ ਦੇ ਅਧਿਆਪਕ ਨੇ, ਉਹ ਤੁਹਾਨੂੰ ਚੈੱਕ ਕਰਨਗੇ। ਇੱਕ ਗੱਲ ਹੋਰ, ਜਦੋਂ ਤੁਹਾਡਾ ਪੇਪਰ ਹੱਲ ਹੋ ਕੇ ਸਾਡੇ ਕੋਲੇ ਆਜੂ ਤਾਂ ਅਸੀਂ ਹੱਲ ਹੋਏ ਪੇਪਰ ਨੂੰ ਵੀ ਪਲੈਗਰਿਜ਼ਮ ਹੁੰਦਾ ਨਕਲ ਚੈੱਕ ਕਰਨ ਦਾ ਯੰਤਰ, ਸਾਧਨ, ਅਸੀਂ ਉਸ ਰਾਹੀਂ ਵੀ ਮੁਲਾਂਕਣ ਕਰਾਂਗੇ, ਚੈੱਕ ਕਰਾਂਗੇ ਕਿ ਕਿਸੇ ਵਿਦਿਆਰਥੀ ਨੇ ਨਕਲ ਮਾਰ ਕੇ ਤਾਂ ਨਹੀਂ ਪੇਪਰ ਭੇਜਤਾ। ਜੇ ਨਕਲ ਮਾਰ ਕੇ ਭੇਜਿਆ ਪੇਪਰ ਪਾਇਆ ਗਿਆ ਤਾਂ ਉਸ ਵਿਦਿਆਰਥੀ ਵਿਰੁੱਧ ਵੀ ਪ੍ਰੀਖਿਆ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿਆਰੇ ਵਿਦਿਆਰਥੀਓ, ਤੁਹਾਡਾ ਪ੍ਰਸ਼ਨ ਪੱਤਰ ਅਸੀਂ ਬਹੁਤ ਸੁਖਾਲੇ ਕਰ ਦਿੱਤੇ ਨੇ। ਪਹਿਲੀ ਗੱਲ, ਪੇਪਰ 3 ਦੀ ਬਜਾਏ 2 ਘੰਟਿਆਂ ਦਾ ਹੋ ਗਿਆ। ਦੂਜੀ ਛੋਟ ਕੀ ਆ ਕਿ ਤੁਹਾਡੇ ਪੇਪਰ ਦੇ ਵਿੱਚ ਆਮ ਤੌਰ ਤੇ ਬਹੁਤੇ ਪੇਪਰਾਂ 'ਚ 9 ਪ੍ਰਸ਼ਨ ਹਨ। ਤੁਸੀਂ 9 ਦੇ ਵਿੱਚੋਂ ਕੋਈ 4 ਕਰਨੇ ਨੇ। ਓਪਨ ਚੁਆਇਸ ਹੋਗੀ, ਕੋਈ ABC ਸੈਕਸ਼ਨ ਨਹੀਂ ਹੋਣਗੇ। ਕੋਈ 4 ਸਵਾਲ ਤੁਸੀਂ ਕਰਨੇ ਨੇ। ਇਹਨਾਂ ਦੇ ਵਿੱਚ ਇੱਕ ਸ਼ਾਰਟ ਆਨਸਰ ਵਾਲਾ ਤੁਹਾਡਾ ਮੈਂਡੇਟਰੀ ਕੁਐਸਚਨ ਹੁੰਦਾ ਸੀ, ਕੰਪਲਸਰੀ ਹੁੰਦਾ ਸੀ। ਹੁਣ ਉਹ ਵੀ ਕੰਪਲਸਰੀ ਨਹੀਂ ਰਹੇਗਾ। ਭਾਵ ਤੁਸੀਂ 9 ਦੇ ਵਿੱਚੋਂ ਕੋਈ 4 ਕਰਨੇ ਆ ਤੇ ਜਿਹੜੇ ਸ਼ਾਰਟ ਆਨਸਰ ਨੇ ਉਹਨਾਂ 'ਚ ਜੇ 12 ਸਵਾਲ ਸੀ, 12 'ਚੋਂ ਸਿਰਫ ਤੁਸੀਂ 7 ਹੀ ਅਟੈਂਪਟ ਕਰੋਗੇ ਤੇ ਸਾਰੇ ਪ੍ਰਸ਼ਨਾਂ ਦੇ ਅੰਕ ਬਰਾਬਰ ਹੋਣਗੇ। ਤੋਂ ਓਪਨ ਚੁਆਇਸ ਹੋਗੀ ਕਿ 9 ਦੇ ਵਿੱਚੋਂ ਕੋਈ 4 ਸਵਾਲ ਤੁਸੀਂ ਹੱਲ ਕਰਨੇ ਆ। ਉਹਨਾਂ 'ਚ ਛੋਟੇ ਉੱਤਰ ਵਾਲਾ ਪ੍ਰਸ਼ਨ ਵੀ ਵਿੱਚ ਅਸੀਂ ਸ਼ਾਮਲ ਕਰਤਾ ਤਾਂ ਜੋ ਤੁਹਾਡੇ ਪੇਪਰ ਦਾ ਪੈਟਰਨ ਸੁਖਾਲਾ ਹੋ ਸਕੇ। ਕੋਈ ਉਹਦੇ ਵਿੱਚ ਸੈਕਸ਼ਨ ਨਹੀਂ ਹੋਣਗੇ, ਕੋਈ ਉਹਦੇ ਵਿੱਚ ਇਦਾਂ ਦਾ ਨਹੀਂ ਹੋਊਗਾ। ਪਰ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਡਿਪਲੋਮੇ ਦੇ ਜਿਹੜੇ ਪੇਪਰ ਨੇ, ਕਿਉਂਕਿ ਉਹਨਾਂ 'ਚ 9 ਸਵਾਲ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਪ੍ਰਪੋਰਸ਼ਨੇਟਲੀ ਅਨੁਪਾਤਕ ਤੌਰ ਤੇ ਪੇਪਰ ਨੂੰ ਘਟਾਤਾ ਤਾਂ ਜੋ ਤੁਹਾਡੇ ਲਈ 2 ਘੰਟਿਆਂ ਵਿੱਚ ਉਸ ਪੇਪਰ ਨੂੰ ਹੱਲ ਕਰਨਾ ਸੌਖਾ ਹੋਵੇ। ਔਰ ਉਹਦੇ ਵਿੱਚ ਅਸੀਂ ਚੁਆਇਸ ਹੋਰ ਜਿਹੜੀ ਆ ਵਧਾ ਦਿੱਤੀ ਗਈ ਆ। ਪੰਜਾਬੀ 'ਚ, ਅੰਗਰੇਜ਼ੀ 'ਚ, ਹਿੰਦੀ 'ਚ ਤੁਹਾਡੀ ਚੁਆਇਸ ਵੱਧ ਜਾਵੇਗੀ, ਪਲੱਸ ਪੇਪਰ ਪ੍ਰਪੋਰਸ਼ਨੇਟਲੀ ਘਟਾ ਦਿੱਤਾ ਗਿਆ, ਜਿਸ ਤਰੀਕੇ ਨਾਲ ਤੁਹਾਨੂੰ ਇੰਟਰਨਲ ਚੁਆਇਸ ਇੰਨੀ ਕੁ ਮਿਲ ਜਾਵੇਗੀ ਕਿ ਤੁਸੀਂ 2 ਘੰਟਿਆਂ ਵਿੱਚ ਸਾਰਾ ਪੇਪਰ ਜਿਹੜਾ ਹੈ ਉਹ ਹੱਲ ਕਰ ਸਕੋਗੇ। ਇਸ ਤੋਂ ਇਲਾਵਾ ਜੇ ਤੁਹਾਨੂੰ ਪੇਪਰ ਵਿੱਚ ਕਿਸੇ ਕੋਈ ਗ੍ਰਾਫ ਦੀ, ਕਿਸੇ ਕੋਈ ਨਕਸ਼ੇ ਦੀ ਜ਼ਰੂਰਤ ਆ, ਤੁਸੀਂ ਉਹਦਾ ਪ੍ਰਬੰਧ ਆਪਣੇ ਪੱਧਰ ਤੇ ਕਰਕੇ ਰੱਖਣਾ। ਵੈਸੇ ਅਸੀਂ ਹਿਸਟਰੀ ਵਾਲਿਆਂ ਨੂੰ,
ਜੀਓਗ੍ਰਾਫੀ ਵਾਲਿਆਂ ਨੂੰ ਇਹ ਹਦਾਇਤ ਵੀ ਕਰ ਦਿੱਤੀ ਗਈ ਹੈ ਅਧਿਆਪਕ ਸਾਹਿਬਾਨ ਨੂੰ ਕਿ ਉਹ ਤੁਹਾਨੂੰ ਪਹਿਲਾਂ ਹੀ ਜਿਹੜਾ ਨਕਸ਼ਾ ਚਾਹੀਦਾ ਉਹਦੀ ਵੀ PDF ਤੁਹਾਡੇ WhatsApp ਗਰੁੱਪਾਂ ਵਿੱਚ ਭੇਜ ਦੇਣਗੇ, ਜਿਸ ਨਾਲ ਤੁਸੀਂ ਨਕਸ਼ਿਆਂ ਦੇ ਜਾਂ ਜਿਹੜਾ ਤੁਹਾਡਾ ਜੀਓਗ੍ਰਾਫੀ ਦਾ ਨਕਸ਼ਾ ਉਹਦੇ ਪ੍ਰਿੰਟ ਵੀ ਕਢਵਾ ਕੇ ਰੱਖੋ। ਪਰ ਜਿੱਥੋਂ ਤੱਕ ਗ੍ਰਾਫ ਪੇਪਰਾਂ ਦਾ ਸੰਬੰਧ ਆ ਉਹ ਤੁਸੀਂ ਆਪਣੇ ਪੱਧਰ ਤੇ ਆਪਣੇ ਘਰੇ ਜਿਹੜਾ ਹੈ ਲੈ ਕੇ ਰੱਖੋਗੇ। ਜਦੋਂ ਤੁਸੀਂ ਗ੍ਰਾਫ ਪੇਪਰ ਜਾਂ ਨਕਸ਼ਾ ਵੀ ਭਰਿਆ ਤਾਂ ਉਸ ਦੇ ਉੱਤੇ ਵੀ ਆਪਣੇ ਸਿਗਨੇਚਰ ਕਰਨੇ ਨੇ, ਆਪਣਾ ਰੋਲ ਨੰਬਰ ਲਿਖਣਾ। ਉਸ ਨਕਸ਼ੇ ਅਤੇ ਗ੍ਰਾਫ ਨੂੰ ਵੀ ਜਿਹੜੀ ਤੁਹਾਡੀ ਉੱਤਰ ਕਾਪੀ ਦਾ ਆਖਰੀ ਪੰਨਾ ਹੈ ਉਸ ਦੇ ਨਾਲ ਸਕੈਨ ਕਰਕੇ PDF ਵਜੋਂ ਅਟੈਚ ਕਰ ਦੇਣਾ। ਤੁਹਾਡੀ ਉੱਤਰ ਕਾਪੀ ਦੇ ਪੰਨੇ ਵਜੋਂ ਜੇ ਕੋਈ ਨਕਸ਼ਾ ਜਾਂ ਗ੍ਰਾਫ ਹੈ ਉਸ ਨੂੰ ਵੀ PDF ਕਾਪੀ ਵਜੋਂ ਐਡ ਕਰ ਦੇਣਾ ਹੈ। ਜੇ ਕੋਈ ਵਿਦਿਆਰਥੀ ਫਿਜ਼ੀਕਲ ਤੌਰ ਤੇ ਚੈਲੰਜਡ ਹੈ ਉਸ ਨੂੰ ਨਿਯਮਾਂ ਮੁਤਾਬਕ ਸਹਾਇਕ ਦੀ ਆਗਿਆ ਦਿੱਤੀ ਜਾਵੇਗੀ, ਪਰ ਤੁਸੀਂ ਉਸ ਲਈ ਪਹਿਲਾਂ ਕੰਟਰੋਲਰ ਪ੍ਰੀਖਿਆਵਾਂ ਤੋਂ ਪਰਮਿਸ਼ਨ ਲੈਣੀ ਹੈ। ਇਹ ਸੀ ਕੁਝ ਦਿਸ਼ਾ ਨਿਰਦੇਸ਼, ਇਹਨਾਂ ਨੂੰ ਤੁਸੀਂ ਧਿਆਨ ਹਿੱਤ ਰੱਖਣਾ ਹੈ। ਲੌਗਇਨ ID ਦੇ ਉੱਤੇ ਕਿਵੇਂ ਖੋਲ੍ਹਣੀ ਆ, ਕਿਵੇਂ ਪੇਪਰ ਅਪਲੋਡ ਕਰਨਾ, ਇਹਦੇ ਲਈ ਵੀ ਅਸੀਂ ਨਾਲ ਤੁਹਾਨੂੰ ਵੀਡੀਓ ਭੇਜ ਰਹੇ ਹਾਂ। ਪ੍ਰੋਫੈਸਰ ਗੁਰਪਾਲ ਸਿੰਘ ਤੁਹਾਨੂੰ ਇਹ ਦੱਸਣਗੇ ਕਿ ਤੁਸੀਂ ਜਿਹੜਾ ਹੈ ਇਹ ਅਪਲੋਡ ਪੇਪਰ ਲੌਗਇਨ ID ਨੂੰ ਕਿਵੇਂ ਖੋਲ੍ਹਣਾ, ਕਿਵੇਂ ਪੇਪਰ ਉਸ ਤੇ ਅਪਲੋਡ ਕਰਨਾ ਹੈ। ਸੋ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੰਦਾ ਹਾਂ, ਬੈਸਟ ਵਿਸ਼ੇਸ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਪੇਪਰਾਂ ਦੇ ਵਿੱਚ ਇਹਨਾਂ ਹਦਾਇਤਾਂ ਦਾ, ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰੋਗੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੀ ਬਿਹਤਰੀ ਦੇ ਲਈ ਸਦਾ ਹੀ ਪ੍ਰੋਐਕਟਿਵ ਰਹਿੰਦੇ ਹੋਏ ਤੁਹਾਡੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਕਾਰਜ ਕਰਦੇ ਰਹੀਏ। ਵਨਸ ਅਗੇਨ ਆਈ send my best wishes to all of you. Thank you very much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।